ਲੇਡੀਜ਼ ਹੈ ਜਿਨ੍ਹਾਂ ਦੀ ਮੈਰਿਜ ਲੇਟ ਹੋ ਰਹੀ ਹੈ ਤੇ ਉਹਨਾਂ ਦਾ ਜੇ ਸਾਲ 2 ਸਾਲ 3 ਸਾਲ ਤੱਕ ਨਹੀਂ ਬੱਚੇ ਹੋ ਰਹੇ, ਅੰਡਿਆਂ 'ਚ ਕੋਈ ਖਰਾਬੀ ਹੈ ਜਾਂ ਉਹਨਾਂ ਦੀ ਕੋਈ ਟਿਊਬਾਂ ਦੇ ਵਿੱਚ ਕੋਈ ਖਰਾਬੀ ਹੈ ਜਾਂ ਬੱਚੇਦਾਨੀ ਦੇ ਅੰਦਰ ਕੋਈ ਖਰਾਬੀ ਹੈਗੀ ਹੈ ਜਾਂ ਜਿਹੜੇ ਉਹਨਾਂ ਦੇ ਹਸਬੈਂਡ ਹੈ ਕਿ ਉਹਨਾਂ ਦੇ ਸ਼ੁਕਰਾਣੂਆਂ ਦੇ ਵਿੱਚ ਕਿਤੇ ਕੋਈ ਖਰਾਬੀ ਤਾਂ ਨਹੀਂ ਹੈਗੀ। ਜੋ ਜੋੜੇ ਬਾਂਝਪਣ ਦਾ ਸਾਹਮਣਾ ਕਰ ਰਹੇ ਨੇ ਉਹਨਾਂ ਦੇ ਵਿੱਚ ਇਹ ਦੇਖਣ ਦੇ ਵਿੱਚ ਗੱਲ ਆਈ ਹੈ ਕਿ ਉਹ ਸਾਲਾਂ ਦੇ ਸਾਲ ਦਵਾਈਆਂ ਖਾ ਰਹੇ ਨੇ, ਡਾਕਟਰਸ ਦੇ ਕੋਲ ਜਾ ਰਹੇ ਨੇ। ਸੋ ਕੀ ਬਾਂਝਪਣ ਦਾ ਜੋ ਇਲਾਜ ਹੈ ਇੰਨਾ ਲੰਬਾ ਚੱਲਦਾ ਹੈ ਜੀ? ਵਾਈਫ ਦੇ ਅੰਡੇ ਤਿਆਰ ਕਰਦੇ ਹਾਂ, ਹਸਬੈਂਡ ਦਾ ਸ਼ੁਕਰਾਣੂ ਲੈਂਦੇ ਹਾਂ, ਦੋਨਾਂ ਦੀ ਮੀਟਿੰਗ ਕਰਾ ਕੇ ਬੱਚਾ ਤਿਆਰ ਕਰਦੇ ਹਾਂ, ਫਿਰ ਉਹ ਬੱਚਾ ਅਸੀਂ ਬੱਚੇਦਾਨੀ ਦੇ ਅੰਦਰ ਪਾ ਦਿੰਦੇ ਹਾਂ। ਜਿਨ੍ਹਾਂ ਦੇ ਸ਼ੁਕਰਾਣੂ ਨਿਲ ਹੈ ਫਿਰ ਅਸੀਂ ਉਹਨਾਂ ਦੀ ਗੋਲੀਆਂ ਦੇ ਵਿੱਚੋਂ ਸ਼ੁਕਰਾਣੂ ਕੱਢਦੇ ਹਾਂ। ਉਹਨਾਂ ਨੂੰ ਹਸਬੈਂਡ ਜਿਹੜੀ ਵਾਈਫ ਹੈ ਉਹਨਾਂ ਦੇ ਅੰਡੇ ਲੈ ਕੇ ਫਿਰ ਉਹਨਾਂ ਨੂੰ ਤਿਆਰ ਕਰਕੇ ਇੱਕ ਸਿੱਧੀ ਮਸ਼ੀਨ ਅਲੱਗ ਹੁੰਦੀ ਹੈ ਉਹਦੇ ਵਿੱਚ ਤਿਆਰ ਕਰਕੇ ਫਿਰ ਉਹਨੂੰ ਅਸੀਂ ਅੰਦਰ ਰੱਖਦੇ ਹਾਂ। ਸਟੈਮ ਸੈਲਸ ਵੀ ਅੱਜਕੱਲ ਦੇ ਟਾਈਮ ਦੇ ਵਿੱਚ ਇੱਕ ਨਵੀਂ ਟੈਕਨੀਕ ਹੈਗੀ ਹੈ ਜਿਹਦੇ ਵਿੱਚ ਅਸੀਂ ਵਾਈਫ ਦਾ ਬਲੱਡ ਲੈਂਦੇ ਹਾਂ ਤੇ ਉਹਦੇ ਵਿੱਚ ਗਰੋਥ ਫੈਕਟਰ, ਸਾਈਟੋਕਾਈਨਸ, ਪਲੇਟਲੇਟਸ ਕੱਢ ਕੇ ਉਹ ਪਹਿਲਾਂ ਅਸੀਂ ਬੱਚੇਦਾਨੀ ਦੇ ਅੰਦਰ ਪਾਉਂਦੇ ਹਾਂ, ਫਿਰ ਉਸ ਤੋਂ ਬਾਅਦ ਅਸੀਂ ਬੱਚਾ ਉਹਦੇ ਅੰਦਰ ਰੱਖਦੇ ਹਾਂ। ਹਸਬੈਂਡ ਦਾ ਬਲੱਡ ਲੈ ਕੇ ਉਹਦੇ ਵਿੱਚ ਅਸੀਂ ਸਾਰੇ ਫੈਕਟਰਸ ਕੱਢ ਕੇ ਉਹ ਅਸੀਂ ਬੱਚੇਦਾਨੀ ਦੇ ਉਹਦੇ ਸਕਿਨ ਦੇ ਅੰਦਰ ਇੰਜੈਕਟ ਕਰਦੇ ਹਾਂ ਤਾਂ ਕਿ ਵਾਈਫ ਵੱਲੋਂ ਕਿਤੇ ਹਸਬੈਂਡ ਵੱਲੋਂ ਤਾਂ ਨਹੀਂ ਕੋਈ ਕਿ ਉਹਦੇ ਕੋਲ ਰਿਜੈਕਸ਼ਨ ਆ ਰਹੀ ਹੋਵੇ। ਬੱਚੇਦਾਨੀ ਦੇ ਅੰਦਰ ਜਿਹੜੀ ਐਂਡੋਮੀਟਰੀਅਮ ਲਾਈਨਿੰਗ ਹੈ, ਥਿਕਨਿੰਗ ਜਿਹਨੂੰ ਅਸੀਂ ਕਹਿੰਦੇ ਜਿੱਥੇ ਬੱਚਾ ਅਸੀਂ ਰੱਖਿਆ ਜਾਂਦਾ ਹੈ, ਉੱਥੇ ਅਸੀਂ ਉਹਨਾਂ ਨੂੰ ਇੰਜੈਕਟ ਕਰਦੇ ਹਾਂ ਤਾਂ ਕਿ ਜਿਹੜਾ ਉਹਦੇ ਆਸ-ਪਾਸ ਖੂਨ ਦਾ ਦੌਰਾ ਹੈਗਾ ਜਾਂ ਬਲੱਡ ਹੈਗਾ ਕਿ ਉਹਦਾ ਜਿਹੜਾ ਫਲੋ ਹੈ ਉਹ ਘਟੇ ਨਾ। ਸਾਡੇ ਕੋਲ ਬਹੁਤ ਜੋੜੇ ਆਏ ਨੇ ਕਿ ਜਿਨ੍ਹਾਂ ਜਿਹੜੇ ਨਾ ਉਮੀਦ ਲੈ ਕੇ ਕਿ ਸਾਡੇ ਤੋਂ ਜੀ ਹੁਣ ਬੱਚਾ ਹੋ ਹੀ ਨਹੀਂ ਸਕਦਾ ਤੇ ਤੋਂ ਬੱਚੇ ਲੈ ਕੇ ਗਏ ਹੈ, ਮੈਡਮ ਮੇਰੇ ਤਾਂ ਹੋ ਨਹੀਂ ਸਕਦਾ, ਮੇਰੀ ਵਾਈਫ ਦੀ ਟਿਊਬਾਂ ਬਲੌਕ ਨੇ, ਮੇਰੇ ਸ਼ੁਕਰਾਣੂ ਘੱਟ ਨੇ ਤੇ ਅਸੀਂ ਕੀ ਕਰੀਏ। ਫਿਰ ਉਹਨਾਂ ਨੂੰ ਮੈਂ ਬੜੀ ਚੰਗੀ ਤਰ੍ਹਾਂ ਮੋਟੀਵੇਟ ਕਰਕੇ ਮੈंने ਕਿਹਾ ਨਹੀਂ ਤੁਸੀਂ ਅਟੈਂਪਟ ਲਓ, ਤੁਸੀਂ ਹੁਣ ਗੋਲੀਆਂ ਬਹੁਤ ਖਾ ਚੁੱਕੇ ਹੋ, ਸਿੱਧਾ ਆਪਾਂ IVF ਫਿਕਸੀ ਵਾਲੇ ਪਾਸੇ ਜਾਵਾਂਗੇ। ਫਿਰ ਉਹਨਾਂ ਦਾ ਮੈਂ ਅਟੈਂਪਟ ਕੀਤਾ ਔਰ ਮਨਿੰਦਰ ਉਹ ਪਹਿਲੀ ਅਟੈਂਪਟ ਦੇ ਵਿੱਚ ਮੇਰੇ ਤੋਂ ਬੱਚਾ ਲੈ ਕੇ ਗਏ ਆ। ਦੋਸਤੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਮੁਲਾਕਾਤ ਕਰਨ ਜਾ ਰਹੇ ਹਾਂ ਡਾਕਟਰ ਰਿਮੀ ਸਿੰਗਲਾ ਜੀ ਦੇ ਨਾਲ ਜੋ ਕਿ ਬਾਂਝਪਨ ਅਤੇ ਔਰਤਾਂ ਦੇ ਜਣੇਪੇ ਸੰਬੰਧੀ ਰੋਗਾਂ ਦੇ ਮਾਹਰ ਹਨ ਅਤੇ ਟੈਸਟ ਟਿਊਬ ਬੇਬੀ ਸਪੈਸ਼ਲਿਸਟ ਹਨ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਮਨਿੰਦਰ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਆਪਣੀ ਐਜੂਕੇਸ਼ਨ ਬੈਕਗ੍ਰਾਉਂਡ ਅਤੇ ਆਪਣੇ ਤਜਰਬੇ ਦੇ ਬਾਰੇ ਦੱਸੋ ਜੀ। ਦੇਖੋ ਮਨਿੰਦਰ, ਮੈਂ ਆਲਮੋਸਟ ਗਾਇਨੀ ਪ੍ਰੈਕਟਿਸ ਮੈਨੂੰ ਮੇਰਾ ਐਕਸਪੀਰੀਅੰਸ ਜੋ ਹੈਗਾ ਮੋਰ ਦੈਨ 20 ਇਅਰਸ ਦਾ ਹੈਗਾ। ਠੀਕ ਹੈ ਜੀ। ਤੇ ਮੈਂ ਆਪਣੀ ਗ੍ਰੈਜੂਏਸ਼ਨ ਮਦੁਰਈ ਮੈਡੀਕਲ ਕਾਲਜ ਤੋਂ ਕੀਤੀ, ਫਿਰ ਉਸ ਤੋਂ ਬਾਅਦ ਮੈਂ DMC ਤੋਂ ਆਪਣੀ ਗਾਇਨੀ ਕੀਤੀ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਸ਼ੁਰੂ ਤੋਂ ਹੀ ਮੇਰਾ ਮਨ ਸੀ ਕਿ ਮੈਨੇ ਇਸ ਵਾਲੇ ਪਾਸੇ ਮੂਵ ਕਰਨਾ ਹੈ ਕਿ ਬਾਂਝਪਨ ਔਰ IVF ਦੇ ਵਾਲੇ ਪਾਸੇ। ਠੀਕ ਹੈ ਜੀ। ਦੈਨ ਆਈ ਮੂਵ ਟੂ ਜਰਮਨੀ, ਫਿਰ ਮੈਂ ਜਰਮਨੀ ਤੋਂ ਆਪਣੀ ਫੈਲੋਸ਼ਿਪ ਲੈ ਕੇ ਆਈ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਮੈਨੇ ਲੰਡਨ ਤੋਂ ਇੱਕ ਐਗਜ਼ਾਮ ਹੁੰਦਾ ਹੈ ਦਾ ਉਹ ਕਲੀਅਰ ਕੀਤਾ। ਉਸ ਤੋਂ ਬਾਅਦ ਫਿਰ ਆ ਕੇ ਦੈਨ ਆਈ ਹੈਵ ਸਟਾਰਟਡ IVF ਅਰਾਊਂਡ ਮੈਨੂੰ 13-14 ਸਾਲ ਹੋ ਗਏ IVF ਸ਼ੁਰੂ ਕੀਤੇ ਨੂੰ, ਆਲਮੋਸਟ 15 ਇਅਰਸ ਹੋ ਗਏ ਜਦੋਂ ਦਾ ਅਸੀਂ ਬੇਸਿਕਲੀ ਆਈ ਐਮ ਇਨਟੂ ਟੈਸਟ ਟਿਊਬ ਬੇਬੀ ਔਰ ਜਿਹੜੇ ਔਰਤਾਂ ਦੇ ਨਹੀਂ ਬੱਚੇ ਹੁੰਦੇ ਉਹਨਾਂ ਲਈ ਇੱਕ ਮੇਰਾ ਅੰਦਰੋਂ ਹੁੰਦਾ ਕਿ ਹਾਂ ਉਹ ਬੱਚਾ ਸਾਡੇ ਕੋਲ ਲੈ ਕੇ ਜਾਣ। ਠੀਕ ਹੈ ਜੀ। ਸੋ ਡਾਕਟਰ ਸਾਹਿਬ ਸਾਨੂੰ ਇਹ ਗੱਲ ਦੱਸੋ ਜੋ ਬਾਂਝਪਨ ਦਾ ਜੋ ਰੋਗ ਹੈ ਇਹ ਕਿੰਨਾ ਪਰਿਸਥਿਤੀਆਂ ਦੇ ਵਿੱਚ ਸਮਝ ਲੈਣਾ ਚਾਹੀਦਾ ਹੈ ਕਿ ਬਾਂਝਪਨ ਦੀ ਸਾਨੂੰ ਸਮੱਸਿਆ ਆ ਚੁੱਕੀ ਹੈ ਕਿ ਸਾਨੂੰ ਹੁਣ ਡਾਕਟਰ ਕੋਲ ਜਾਣ ਦੀ ਜ਼ਰੂਰਤ ਹੈ ਕਿ ਦੇਖੋ ਇਹਦੇ ਵਿੱਚ ਇਹ ਚੀਜ਼ ਹੁੰਦੀ ਹੈ ਕਿ ਜਦੋਂ ਵੀ ਕੋਈ ਪੇਸ਼ੈਂਟ ਜਿਵੇਂ ਅੱਜ ਕੱਲ ਇੱਕ ਮੈਂ ਕਹੂੰਗੀ ਕਿ ਲੇਟ ਮੈਰਿਜਸ ਹੋ ਰਹੀਆਂ ਨੇ, ਪਹਿਲਾਂ ਮੈਰਿਜਸ ਹੁੰਦੀਆਂ ਸੀ 25-26 ਸਾਲ 'ਚ, ਹੁਣ ਮੈਰਿਜਸ ਹੁੰਦੀਆਂ ਨੇ 30-32 ਸਾਲ ਦੇ ਵਿੱਚ। ਇੱਕ ਤਾਂ ਆਪਣਾ ਉਹੀ 5-6 ਸਾਲ ਦਾ ਜਿਹੜਾ ਸੀਗਾ ਗੈਪ ਉਹ ਫਰਕ ਪੈ ਗਿਆ ਬਹੁਤ ਜ਼ਿਆਦਾ। ਠੀਕ ਹੈ ਜੀ। ਸੈਕਿੰਡ ਚੀਜ਼ ਇਹ ਹੈ ਕਿ ਜਿਵੇਂ ਲੇਡੀਜ਼ ਹੈ ਜਿਨ੍ਹਾਂ ਦੀ ਮੈਰਿਜ ਲੇਟ ਹੋ ਰਹੀ ਹੈ ਤੇ ਉਹਨਾਂ ਦਾ ਜੇ ਸਾਲ 2 ਸਾਲ 3 ਸਾਲ ਤੱਕ ਨਹੀਂ ਬੱਚੇ ਹੋ ਰਹੇ ਤਾਂ ਕਮ ਸੇ ਕਮ ਦੇ ਸ਼ੁੱਡ ਕਮ ਟੂ ਦੀ ਕਿ ਉਹਨਾਂ ਨੂੰ ਸਪੈਸ਼ਲਿਸਟ ਕੋਲ ਜਾਣਾ ਚਾਹੀਦਾ ਹੈ ਤੇ ਆਪਣਾ ਇੱਕ ਜਾਂਚ ਜ਼ਰੂਰ ਕਰਾ ਲੈਣੀ ਚਾਹੀਦੀ ਹੈ ਕਿ ਉਹਨਾਂ ਦੇ ਕਿਤੇ ਅੰਡਿਆਂ 'ਚ ਕੋਈ ਖਰਾਬੀ ਹੈ ਜਾਂ ਉਹਨਾਂ ਦੀ ਕੋਈ ਟਿਊਬਾਂ ਦੇ ਵਿੱਚ ਕੋਈ ਖਰਾਬੀ ਹੈ ਜਾਂ ਬੱਚੇਦਾਨੀ ਦੇ ਅੰਦਰ ਕੋਈ ਖਰਾਬੀ ਹੈਗੀ ਹੈ ਜਾਂ ਜਿਹੜੇ ਉਹਨਾਂ ਦੇ ਹਸਬੈਂਡ ਹੈ ਕਿ ਉਹਨਾਂ ਦੇ ਸ਼ੁਕਰਾਣੂਆਂ ਦੇ ਵਿੱਚ ਕਿਤੇ ਕੋਈ ਖਰਾਬੀ ਤਾਂ ਨਹੀਂ ਹੈਗੀ। ਤੇ ਦੈਟ ਇਜ਼ ਐਨ ਅਲਾਰਮਿੰਗ ਸਾਈਨ ਕਿ ਜੇ ਸਾਲ 2 ਸਾਲ 3 ਸਾਲ ਤੱਕ ਬੱਚਾ ਨਹੀਂ ਹੋਇਆ ਹੈਗਾ ਤਾਂ ਉਹਨਾਂ ਨੂੰ ਸਪੈਸ਼ਲਿਸਟ ਨੂੰ ਆ ਕੇ ਮਿਲਣਾ ਚਾਹੀਦਾ ਜੀ। ਠੀਕ ਹੈ ਜੀ। ਸੋ ਤੁਹਾਡੇ ਕਹਿਣ ਤੋਂ ਭਾਵ ਇਹ ਹੈ ਕਿ ਜ਼ਰੂਰੀ ਨਹੀਂ ਹੈ ਕਿ ਔਰਤ ਦੇ ਸਰੀਰ ਦੇ ਵਿੱਚ ਹੀ ਕੋਈ ਖਰਾਬੀ ਹੋਵੇ, ਇਹ ਮਰਦਾਂ ਦੇ ਸਰੀਰ ਦੇ ਵਿੱਚ ਵੀ ਖਰਾਬੀ ਹੋ ਸਕਦੀ ਹੈ। ਜੋੜੇ ਨੂੰ ਹੀ ਆ ਕੇ ਮਿਲਣਾ ਚਾਹੀਦਾ ਜੀ। ਕਿਉਂਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਇਹ ਹੈ ਕਿ ਜਿਹੜੇ ਹਸਬੈਂਡ ਹੈਗੇ ਨੇ ਉਹਨਾਂ ਨੂੰ ਵੀ ਅਵੇਅਰਨੈਸ ਹੈਗੀ ਹੈ ਕਿ ਮੇਰੇ ਦੇ ਵਿੱਚ ਵੀ ਦਿੱਕਤ ਹੋ ਸਕਦੀ ਹੈ ਕਿ ਆਪਾਂ ਪਹਿਲਾਂ ਦੇ ਟਾਈਮ ਵਾਂਗੂ ਕਿ ਹਾਂ ਲੇਡੀਜ਼ ਦਾ ਹੀ ਬਸ ਟ੍ਰੀਟਮੈਂਟ ਕਰਾਈ ਜਾਈਏ ਕਿ ਇਹਦੇ ਅੰਡੇ ਨਹੀਂ ਬੰਦੇ ਜੀ, ਇਹਦੀ ਟਿਊਬਾਂ ਬੰਦ ਨੇ। ਪਰ ਅੱਜ ਕੱਲ ਦੇ ਟਾਈਮ ਦੇ ਵਿੱਚ ਜਿਹੜਾ ਸਾਡੇ ਕੋਲ ਨਿਕਲ ਕੇ ਆ ਰਿਹਾ ਹੈ ਕਿ ਜਿਹੜਾ ਹਸਬੈਂਡ ਹੈ ਉਹਦੇ ਵਿੱਚ ਵੀ 50% ਚਾਂਸਸ ਹੈਗੇ ਨੇ ਕਿ ਬੱਚਾ ਨਹੀਂ ਨਾ ਹੋਣ ਦੀ
ਦਾ ਕਾਰਨ ਹੋ ਠੀਕ ਹੈ ਜੀ। ਸੋ ਡਾਕਟਰ ਸਾਹਿਬ ਦੇਖਣ ਦੇ ਵਿੱਚ ਆਇਆ ਕਿ ਜੋ ਜੋੜੇ ਬਾਂਝਪਣ ਦਾ ਸਾਹਮਣਾ ਕਰ ਰਹੇ ਨੇ ਉਹਨਾਂ ਦੇ ਵਿੱਚ ਇਹ ਦੇਖਣ ਦੇ ਵਿੱਚ ਗੱਲ ਆਈ ਹੈ ਕਿ ਉਹ ਸਾਲਾਂ ਦੇ ਸਾਲ ਦਵਾਈਆਂ ਖਾ ਰਹੇ ਨੇ, ਡਾਕਟਰਸ ਦੇ ਕੋਲ ਜਾ ਰਹੇ ਨੇ। ਸੋ ਕੀ ਬਾਂਝਪਣ ਦਾ ਜੋ ਇਲਾਜ ਹੈ ਇੰਨਾ ਲੰਬਾ ਚੱਲਦਾ ਹੈ ਜੀ? ਨਹੀਂ, ਐਦਾਂ ਨਹੀਂ ਹੁੰਦਾ। ਦੇਖੋ, ਬਾਂਝਪਣ ਦਾ ਇਲਾਜ ਸਿਰਫ ਇੰਨਾ ਹੁੰਦਾ ਹੈ ਕਿ ਇੱਕ ਜੇ ਤਾਂ ਪੇਸ਼ੈਂਟ ਦੀ ਏਜ ਤੇ ਡਿਪੈਂਡ ਕਰਦਾ ਸਭ ਤੋਂ ਜ਼ਿਆਦਾ ਪਹਿਲਾਂ। ਠੀਕ ਹੈ ਜੀ। ਜਿਵੇਂ ਕਈ ਜੋੜੇ ਮੇਰੇ ਕੋਲ 25-26 ਸਾਲ ਦੀ ਉਮਰ ਦੇ ਵਿੱਚ ਆ ਰਹੇ ਨੇ, ਕਈ ਜੋੜੇ ਮੇਰੇ ਕੋਲ 30-35 ਸਾਲ ਦੀ ਉਮਰ ਦੇ ਵਿੱਚ ਆ ਰਹੇ ਨੇ, ਕਈ ਜੋੜੇ ਮੇਰੇ ਕੋਲ 40 ਸਾਲ ਦੀ ਉਮਰ ਦੇ ਵਿੱਚ ਆ ਰਹੇ ਨੇ। ਹੁਣ ਜੇ 25-26 ਸਾਲ ਵਾਲੇ ਜੋੜੇ ਮੇਰੇ ਕੋਲ ਆ ਰਹੇ ਨੇ, ਹੁਣ ਜਿਵੇਂ ਆਪਾਂ ਐਗਜ਼ਾਮਪਲ ਲਈਏ ਕਿ ਜੋੜੇ ਨੇ ਟੈਸਟ ਕਰਾਇਆ 2 ਸਾਲ ਹੋ ਗਏ ਵਿਆਹ ਨੂੰ, ਉਮਰ ਉਹਨਾਂ ਦੀ 25-26 ਸਾਲ ਹੈ ਤੇ ਜੇ ਉਹਨਾਂ ਦੀ ਟਿਊਬਾਂ ਬੰਦ ਨੇ ਦੋਨੋਂ, ਤਾਂ ਸਾਡੇ ਕੋਲ ਪਹਿਲੀ ਆਪਸ਼ਨ ਹੁੰਦੀ ਹੈ ਕਿ ਜਾਂ ਤਾਂ ਅਸੀਂ ਦੂਰਬੀਨ ਦੇ ਨਾਲ ਟਿਊਬਾਂ ਖੋਲੀਏ ਜਾਂ ਦੂਜੀ ਆਪਸ਼ਨ ਹੁੰਦੀ ਹੈ ਕਿ ਟੈਸਟ ਟਿਊਬ ਬੇਬੀ ਕਰਾ ਲਈਏ। ਠੀਕ ਹੈ ਜੀ। ਤੇ ਉਹ ਜੋੜੇ ਦਾ ਜੇ ਉਹ ਇਲਾਜ ਕਰਾਣਗੇ ਤਾਂ ਉਹ 2-3-4 ਸਾਲ ਤੱਕ ਬੱਚਾ ਲੈ ਜਾਂਦੇ ਨੇ, ਘੱਟ ਹੁੰਦੀ ਹੈ ਦਿੱਕਤ। ਲੇਕਿਨ ਹੁਣ ਜੇ ਕੋਈ ਕਪਲ ਮੇਰੇ ਕੋਲ 40 ਸਾਲ ਦੀ ਉਮਰ ਦੇ ਵਿੱਚ ਆ ਰਿਹਾ ਹੈ ਤਾਂ ਆਟੋਮੈਟਿਕਲੀ ਜਿਹੜੀ ਉਹਨਾਂ ਦੀ ਅੰਡਿਆਂ ਦੀ ਕੈਪੈਸਿਟੀ ਹੈ ਉਹ ਖਤਮ ਹੋ ਚੁੱਕੀ ਹੈ। ਅੱਛਾ ਜੀ। ਤੇ ਉਹਨਾਂ ਕੇਸਿਸ ਦੇ ਵਿੱਚ ਜੇ ਤਾਂ ਪੇਸ਼ੈਂਟ ਅੜੇ ਰਹਿੰਦੇ ਕਿ ਨਹੀਂ ਸਾਨੂੰ ਆਪਣੇ ਹੀ ਅੰਡੇ ਚਾਹੀਦੇ ਨੇ, ਤਾਂ ਉਹਦੇ ਵਿੱਚ ਕਈ ਵਾਰ ਟਾਈਮ ਵੀ ਲੱਗ ਜਾਂਦਾ ਹੈ, ਸਾਨੂੰ ਪੁਲਿੰਗ ਆਫ ਐਮਬ੍ਰਿਓਸ ਕਰਨਾ ਪੈਂਦਾ। देयर आर लॉट ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਜਿਹੜੇ ਸਾਨੂੰ ਕਰਨੀਆਂ ਪੈਂਦੀਆਂ ਨੇ। ਜੇ ਉਹ ਅੰਡਾ ਆਪਣਾ ਬਾਹਰੋਂ ਚੱਕਣ ਨੂੰ ਤਿਆਰ ਹੋ ਜਾਂਦੇ ਨੇ ਤਾਂ ਉਹਦੇ ਮੁਤਾਬਿਕ ਵੀ ਟ੍ਰੀਟਮੈਂਟ ਹੋ ਜਾਂਦਾ ਹੈ। ਹਾਂਜੀ। ਤੇ ਇਸ ਕਰਕੇ ਇਹ ਕਿ ਮੈਂ ਇਹ ਸੁਜੈਸਟ ਕਰੂੰਗੀ ਕਿ ਜੇ ਬਹੁਤ ਗੋਲੀਆਂ ਖਾ ਚੁੱਕੇ ਨੇ, ਬਹੁਤ ਟ੍ਰੀਟਮੈਂਟ ਲੈ ਚੁੱਕੇ ਹੈ, ਤਾਂ ਉਹਦੇ ਲਈ ਟੈਸਟ ਟਿਊਬ ਬੇਬੀ ਇੱਕ ਨਵੀਂ ਟੈਕਨੀਕ ਹੈਗੀ ਕਿ ਜਿਹਦੇ ਨਾਲ ਉਹ ਕਮ ਸੇ ਕਮ ਘੱਟ ਟਾਈਮ ਦੇ ਵਿੱਚ ਦਵਾਈ ਖਾ ਕੇ ਬੱਚਾ ਲੈ ਕੇ ਜਾ ਸਕਦੇ ਨੇ। ਠੀਕ ਹੈ ਜੀ। ਤਾਂ ਇਸ ਦੇ ਵਿੱਚ ਸਾਨੂੰ ਜਾਣਕਾਰੀ ਦਿਓ ਜੀ, ਕਿਹੜੀ ਨਵੀਂ ਟੈਕਨੋਲੋਜੀ ਜਿਹੜੀ ਹੈ ਤੁਹਾਡੇ ਕੋਲ ਅਵੇਲੇਬਲ ਹੈ ਜੀ ਬਾਂਝਪਣ ਦਾ ਇਲਾਜ ਕਰਨ ਦੇ ਵਾਸਤੇ ਜੀ? ਦੇਖੋ, ਬਾਂਝਪਣ ਦੇ ਇਲਾਜ ਲਈ ਹੁਣ ਬਹੁਤ ਨਵੀਆਂ ਟੈਕਨੀਕਾਂ ਜਿਹੜੀਆਂ ਸਾਡੇ ਕੋਲ ਹੈਗੀਆਂ ਨੇ। ਠੀਕ ਹੈ ਜੀ। ਇੱਕ ਤਾਂ IVF ਜਿਹਨੂੰ ਅਸੀਂ ਕਹਿੰਦੇ ਆ ਟੈਸਟ ਟਿਊਬ ਬੇਬੀ, ਉਹ ਤਾਂ 올ਡ ਐਂਡ ਕਨਵੈਨਸ਼ਨਲ ਮੈਥਡ ਹੈਗਾ ਹੀ ਹੈ ਕਿ ਜਿਹਦੇ ਵਿੱਚ ਅਸੀਂ ਵਾਈਫ ਦੇ ਅੰਡੇ ਤਿਆਰ ਕਰਦੇ ਹਾਂ, ਹਸਬੈਂਡ ਦਾ ਸ਼ੁਕਰਾਣੂ ਲੈਂਦੇ ਹਾਂ, ਦੋਨਾਂ ਦੀ ਮੀਟਿੰਗ ਕਰਾ ਕੇ ਬੱਚਾ ਤਿਆਰ ਕਰਦੇ ਹਾਂ, ਫਿਰ ਉਹ ਬੱਚਾ ਅਸੀਂ ਬੱਚੇਦਾਨੀ ਦੇ ਅੰਦਰ ਪਾ ਦਿੰਦੇ ਹਾਂ। ਇਸ ਤੋਂ ਇਲਾਵਾ ਨਵੀਂ ਟੈਕਨੀਕ ਜਿਹਨੂੰ ਅਸੀਂ ਕਹਿੰਦੇ ਆ ICSI ਆਈ ਹੈ, ICSI ਜਿਹਨੂੰ ਕਹਿੰਦੇ ਆ। ਇਹ ਬੇਸਿਕਲੀ ਟੈਕਨੀਕ ਮਨਿੰਦਰ ਉਹਨਾਂ ਲਈ ਆਈ ਹੈ ਕਿ ਜਿਨ੍ਹਾਂ ਦੇ ਸ਼ੁਕਰਾਣੂ ਹੈ ਹੀ ਨਹੀਂ ਹੈਗੇ, ਜਿਨ੍ਹਾਂ ਦੇ ਸ਼ੁਕਰਾਣੂ ਨਿਲ ਹੈ, ਫਿਰ ਅਸੀਂ ਉਹਨਾਂ ਦੀ ਗੋਲੀਆਂ ਦੇ ਵਿੱਚੋਂ ਸ਼ੁਕਰਾਣੂ ਕੱਢਦੇ ਹਾਂ, ਉਹਨਾਂ ਨੂੰ ਹਸਬੈਂਡ ਜਿਹੜੀ ਵਾਈਫ ਹੈ ਉਹਨਾਂ ਦੇ ਅੰਡੇ ਲੈ ਕੇ ਫਿਰ ਉਹਨਾਂ ਨੂੰ ਤਿਆਰ ਕਰਕੇ ICSI ਦੀ ਮਸ਼ੀਨ ਅਲੱਗ ਹੁੰਦੀ ਹੈ, ਉਹਦੇ ਵਿੱਚ ਤਿਆਰ ਕਰਕੇ ਫਿਰ ਉਹਨੂੰ ਅਸੀਂ ਅੰਦਰ ਰੱਖਦੇ ਹਾਂ। ਇਸ ਤੋਂ ਇਲਾਵਾ ਸਾਡੇ ਕੋਲ ਨਵੀਂ ਟੈਕਨੀਕ ਇੱਥੇ ਸਟੈਮ ਸੈਲਸ ਹੈਗੇ ਆ ਕਿ ਜਿਨ੍ਹਾਂ ਦੇ 2 ਸਾਲ 3 ਸਾਲ 4 ਸਾਲ ਫੇਲ ਹੋਏ ਨੇ IVF ਤੇ ਨਈ ਟੈਕਨੀਕ ਹੋ ਰਹੀ। ਜਿਵੇਂ ਇੱਥੇ ਸੈਂਟਰ 'ਚ ਸਾਡੇ ਕੋਲ ਫੇਲਿਅਰ ਪੇਸ਼ੈਂਟ ਬਹੁਤ ਆਉਂਦੇ ਨੇ ਕਿ ਜਿਹੜੇ 2 ਵਾਰ ਕਰਾ ਚੁੱਕੇ, 3 ਵਾਰ ਕਰਾ ਚੁੱਕੇ, 4 ਵਾਰ ਕਰਾ ਚੁੱਕੇ, ਉਹ ਸਾਡੇ ਕੋਲ ਆਉਂਦੇ ਨੇ ਸਪੈਸ਼ਲੀ ਕਿ ਮੈਡਮ ਤੁਸੀਂ ਸਾਡਾ ਸਟੈਮ ਸੈਲਸ ਕਰੋ। ਸਟੈਮ ਸੈਲਸ ਵੀ ਅੱਜਕੱਲ ਦੇ ਟਾਈਮ ਦੇ ਵਿੱਚ ਇੱਕ ਨਵੀਂ ਟੈਕਨੀਕ ਹੈਗੀ ਹੈ ਜਿਹਦੇ ਵਿੱਚ ਅਸੀਂ ਵਾਈਫ ਦਾ ਬਲੱਡ ਲੈਂਦੇ ਹਾਂ ਤੇ ਉਹਦੇ ਵਿੱਚ ਗਰੋਥ ਫੈਕਟਰ, ਸਾਈਟੋਕਾਈਨਸ, ਪਲੇਟਲੇਟਸ ਕੱਢ ਕੇ ਉਹ ਪਹਿਲਾਂ ਅਸੀਂ ਬੱਚੇਦਾਨੀ ਦੇ ਅੰਦਰ ਪਾਉਂਦੇ ਹਾਂ, ਫਿਰ ਉਸ ਤੋਂ ਬਾਅਦ ਅਸੀਂ ਬੱਚਾ ਉਹਦੇ ਅੰਦਰ ਰੱਖਦੇ ਹਾਂ। ਠੀਕ ਹੈ ਨਾ। ਤੇ ਇਹਦੇ ਨਾਲ ਸਕਸੈਸ ਰੇਟ ਜਿਹੜਾ ਹੈਗਾ ਉਹ ਸਾਡਾ ਕਾਫੀ ਵਧਣ ਦੀ ਉਮੀਦ ਹੈਗੀ। ਠੀਕ ਹੈ ਜੀ। ਇਸ ਤੋਂ ਇਲਾਵਾ ਨਵੀਂ ਟੈਕਨੀਕ ਇਮਿਊਨੋਲੋਜੀਕਲ ਥੈਰੇਪੀ ਹੈਗੀ ਹੈ ਜਾਂ ਲਿਟ ਥੈਰੇਪੀ ਕਹਿੰਦੇ ਆ। ਲਿਟ ਥੈਰੇਪੀ ਜਿਵੇਂ ਟ੍ਰਾਈਸਿਟੀ 'ਚ ਅਜੇ ਬਹੁਤ ਘੱਟ ਲੋਕੀ ਹੈ ਜਿਹੜੇ ਕਰ ਰਹੇ ਆ, ਪਰ ਅਸੀਂ ਇੱਥੇ ਸ਼ੁਰੂ ਕੀਤੀ ਹੈ ਲਿਟ ਥੈਰੇਪੀ, ਜਿਹਦੇ ਵਿੱਚ ਅਸੀਂ ਹਸਬੈਂਡ ਦਾ ਬਲੱਡ ਲੈਂਦੇ ਹਾਂ। ਹਸਬੈਂਡ ਦਾ ਬਲੱਡ ਲੈ ਕੇ ਉਹਦੇ ਵਿੱਚ ਅਸੀਂ ਸਾਰੇ ਫੈਕਟਰਸ ਕੱਢ ਕੇ ਉਹ ਅਸੀਂ ਬੱਚੇਦਾਨੀ ਦੇ ਉਹਦੇ ਸਕਿਨ ਦੇ ਅੰਦਰ ਇੰਜੈਕਟ ਕਰਦੇ ਹਾਂ ਤਾਂ ਕਿ ਵਾਈਫ ਵੱਲੋਂ ਕਿਤੇ ਹਸਬੈਂਡ ਵੱਲੋਂ ਤਾਂ ਨਹੀਂ ਕੋਈ ਕਿ ਉਹਦੇ ਕੋਲ ਰਿਜੈਕਸ਼ਨ ਆ ਰਹੀ ਹੋਵੇ। ਠੀਕ ਹੈ ਜੀ। ਯਾਨੀ ਕਿ ਬਿਲਕੁਲ ਐਡਵਾਂਸ ਟੈਕਨੀਕ ਦੇ ਨਾਲ ਜਿਹੜਾ ਅਸੀਂ ਇੱਥੇ ਇਲਾਜ ਜਿਹੜਾ ਹੈਗਾ ਅਸੀਂ ਇਹ ਸ਼ੁਰੂ ਕਰ ਰਹੇ ਹਾਂ। ਸੋ ਮੈਮ, ਸਟੈਮ ਸੈਲ ਦਾ ਜਿਵੇਂ ਤੁਸੀਂ ਨਾਮ ਲਿਆ ਹੈ, ਸਟੈਮ ਸੈਲ ਤੇ ਬਿਲਕੁਲ ਇੱਕ ਨਵੀਂ ਟੈਕਨੋਲੋਜੀ ਆ। ਤਾਂ ਇਹਦਾ ਇਲਾਜ, ਇਸ ਦੇ ਦੁਆਰਾ ਜਿਹੜਾ ਬਾਂਝਪਨ ਦਾ ਇਲਾਜ ਆ, ਜਿਹੜਾ ਬੱਚੇ ਪੈਦਾ ਕਰਨ ਦੇ ਵਿੱਚ ਸਟੈਮ ਸੈਲ ਦਾ ਕੀ ਰੋਲ ਹੈ? ਸਟੈਮ ਸੈਲ ਦਾ ਸਿਰਫ ਇੰਨਾ ਰੋਲ ਹੁੰਦਾ ਹੈ ਜਿਹੜਾ ਅਸੀਂ ਇੱਥੇ ਰੇਡੀਅੰਸ ਲੈ ਕੇ ਆਏ ਹਾਂ, ਉਹਦੇ ਵਿੱਚ ਇਹ ਹੈ ਕਿ ਅਸੀਂ ਹਸਬੈਂਡ ਦੇ ਬਲੱਡ ਲੈ ਕੇ ਉਹਦੇ ਵਿੱਚੋਂ ਅਸੀਂ ਪਲੇਟਲੇਟਸ ਕੱਢ ਲੈਂਦੇ ਹਾਂ ਬਾਹਰ। ਠੀਕ ਹੈ ਜੀ। ਫਿਰ ਉਹ ਪਲੇਟਲੇਟਸ ਦੇ ਵਿੱਚ ਜਿਹੜੇ ਬੱਚੇਦਾਨੀ ਦੇ ਅੰਦਰ ਜਿਹੜੀ ਐਂਡੋਮੀਟਰੀਅਮ ਲਾਈਨਿੰਗ ਹੈ, ਥਿਕਨਿੰਗ ਜਿਹਨੂੰ ਅਸੀਂ ਕਹਿੰਦੇ, ਜਿੱਥੇ ਬੱਚਾ ਅਸੀਂ ਰੱਖਿਆ ਜਾਂਦਾ ਹੈ, ਉੱਥੇ ਅਸੀਂ ਉਹਨਾਂ ਨੂੰ ਇੰਜੈਕਟ ਕਰਦੇ ਹਾਂ ਤਾਂ ਕਿ ਜਿਹੜਾ ਉਹਦੇ ਆਸ-ਪਾਸ ਖੂਨ ਦਾ ਦੌਰਾ ਹੈਗਾ ਜਾਂ ਬਲੱਡ ਹੈਗਾ ਕਿ ਉਹਦਾ ਜਿਹੜਾ ਫਲੋ ਹੈ ਉਹ ਘਟੇ ਨਾ, ਉਹ ਵੱਧਦਾ ਹੀ ਰਹੇ ਉੱਥੇ। ਜਿਵੇਂ ਉੱਥੇ ਬਲੱਡ ਦਾ ਫਲੋ ਜਿਹੜਾ ਦੈਟ ਇਜ਼ ਗੋਇੰਗ ਟੂ ਇਨਕਰੀਜ਼, ਜੇ ਉੱਥੇ ਇਨਕਰੀਜ਼ ਹੋ ਗਿਆ ਤਾਂ ਮਤਲਬ ਉਹਦਾ ਜਦੋਂ ਅਸੀਂ ਬੱਚਾ ਰੱਖਾਂਗੇ ਤਾਂ ਉਹਦੀ ਪਕੜਨ ਦੀ ਜਿਹੜੀ ਕੈਪੈਸਿਟੀ ਹੈ ਦੈਟ ਇਜ਼ ਉਹ ਵੱਧ ਜਾਂਦੀ ਹੈ। ਜਦੋਂ ਵਧੇਗੀ ਤਾਂ ਨੈਚੁਰਲੀ ਉਹਦੇ ਜਿਹੜੇ ਕਨਸੀਵਿੰਗ ਕਰਨ ਦੇ ਚਾਂਸਸ ਹੈ ਉਹ ਵੀ ਇਨਕਰੀਜ਼ ਕਰਨਗੇ। ਠੀਕ ਹੈ ਜੀ। ਠੀਕ ਹੈ। ਡਾਕਟਰ ਸਾਹਿਬ, ਭਾਵ ਹੈ ਕਿ ਬਾਂਝਪਨ ਦਾ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਤੁਹਾਡੇ ਕੋਲ ਸਾਰੀਆਂ ਤਰ੍ਹਾਂ ਦੀ ਇਲਾਜ ਸਾਡੇ ਕੋਲ ਇੱਥੇ। ਹਾਂਜੀ, ਰੇਡੀਅੰਸ ਇਟ ਇਜ਼ ਵਨ ਆਫ ਦੀ, ਮੈਂ ਕਹੂੰਗੀ ਕਿ ਇਹ ਵਾਲੇ ਮੋਹਾਲੀ ਰੀਜਨ ਦੇ ਵਿੱਚ ਟ੍ਰਾਈ ਸਿਟੀ 'ਚ ਇਟ ਇਜ਼ ਵਨ ਆਫ ਦੀ ਗੁੱਡ ਸੈਂਟਰ ਜਿਹਦੇ ਸਾਰੀਆਂ ਫੈਸਿਲਿਟੀ ਸਾਡੇ ਕੋਲ ਅੰਡਰ ਵਨ ਰੂਫ ਹੈਗੀਆਂ ਨੇ। ਸੋ ਡਾਕਟਰ ਸਾਹਿਬ, ਆਪਣੇ ਤਜਰਬੇ ਦੇ ਵਿੱਚੋਂ ਕੁਝ ਸਾਨੂੰ ਇਹੋ ਜਿਹੀ ਗੱਲ ਦੱਸੋ ਕਿ ਕੋਈ ਇਹੋ ਜਿਹਾ ਜੋੜਾ ਤੁਹਾਡੇ ਕੋਲ ਕਦੀ ਆਇਆ ਜੋ ਬਿਲਕੁਲ ਨਾ ਉਮੀਦ ਹੋ ਗਿਆ ਹੋਵੇ ਕਿ ਹੁਣ ਮੈਨੂੰ ਔਲਾਦ ਦਾ ਸੁੱਖ ਪ੍ਰਾਪਤ ਨਹੀਂ ਹੋ ਸਕਦਾ? ਕੋਈ ਇਹੋ ਜਿਹੀ ਕੋਈ ਗੱਲ ਸਾਨੂੰ ਦੱਸੋ ਜੀ। ਸਾਡੇ ਕੋਲ ਬਹੁਤ ਜੋੜੇ ਆਏ ਨੇ ਕਿ ਜਿਹੜੇ ਨਾ ਉਮੀਦ
ਉਮੀਦ ਲੈ ਕੇ ਕਿ ਸਾਡੇ ਤੋਂ ਜੀ ਹੁਣ ਬੱਚਾ ਹੋ ਹੀ ਨਹੀਂ ਸਕਦਾ, ਠੀਕ ਹੈ ਜੀ। ਇੱਥੋਂ ਬੱਚੇ ਲੈ ਕੇ ਗਏ ਹੈ। ਠੀਕ ਹੈ ਜੀ। ਰੀਸੈਂਟਲੀ ਇੱਕ ਹੁਣੀ ਕਪਲ ਆਇਆ ਸੀਗਾ ਜਿਹੜਾ ਅਰਾਊਂਡ 30-35 ਸਾਲ ਦੀ ਉਮਰ ਦਾ ਹੋਏਗਾ, ਵਿਆਹ ਉਹਨਾਂ ਦੇ ਹੋ ਗਏ ਸੀ ਆਲਮੋਸਟ 12-13 ਸਾਲ ਹੋ ਚੁੱਕੇ ਸੀਗੇ। ਠੀਕ ਹੈ ਜੀ। ਤੇ ਉਹ ਕਪਲ ਮੇਰੇ ਕਿਸੇ ਪੁਰਾਣੇ ਪੇਸ਼ੈਂਟ ਦੇ ਰੈਫਰੈਂਸ ਨਾਲ ਹੀ ਸਾਡੇ ਕੋਲ ਆਏ ਸੀਗੇ। ਠੀਕ ਹੈ ਜੀ। ਚੰਡੀਗੜ੍ਹ ਦਾ ਕਪਲ ਸੀਗਾ। ਅੱਛਾ। ਉਹ ਬਿਲਕੁਲ ਨਾ ਉਮੀਦ, ਮੈਡਮ ਮੇਰੇ ਤਾਂ ਹੋ ਨਹੀਂ ਸਕਦਾ, ਮੇਰੀ ਵਾਈਫ ਦੀ ਟਿਊਬਾਂ ਬਲੌਕ ਨੇ, ਮੇਰੇ ਸ਼ੁਕਰਾਣੂ ਘੱਟ ਨੇ, ਤੇ ਅਸੀਂ ਕੀ ਕਰੀਏ। ਫਿਰ ਉਹਨਾਂ ਨੂੰ ਮੈਂ ਬੜੀ ਚੰਗੀ ਤਰ੍ਹਾਂ ਮੋਟੀਵੇਟ ਕਰਕੇ ਮੈंने ਕਿਹਾ ਨਹੀਂ ਤੁਸੀਂ ਅਟੈਂਪਟ ਲਓ, ਤੁਸੀਂ ਹੁਣ ਗੋਲੀਆਂ ਬਹੁਤ ਖਾ ਚੁੱਕੇ ਹੋ, ਸਿੱਧਾ ਆਪਾਂ ਆਈਵੀਐਫ ਫਿਕਸੀ ਵਾਲੇ ਪਾਸੇ ਜਾਵਾਂਗੇ। ਠੀਕ ਹੈ ਜੀ। ਫਿਰ ਉਹਨਾਂ ਦਾ ਮੈਂ ਅਟੈਂਪਟ ਕੀਤਾ ਔਰ ਮਨਿੰਦਰ ਉਹ ਪਹਿਲੀ ਅਟੈਂਪਟ ਦੇ ਵਿੱਚ ਉਹ ਮੇਰੇ ਤੋਂ ਬੱਚਾ ਲੈ ਕੇ ਗਏ ਆ। ਅੱਛਾ ਜੀ। ਆ ਹੁਣੇ 4-5 ਮਹੀਨੇ ਪਹਿਲਾਂ ਉਹਨਾਂ ਦੇ ਕੋਲ ਬੇਟਾ ਹੋਇਆ। ਠੀਕ ਹੈ। ਬਹੁਤ ਵੱਡਿਆ ਉਹਨਾਂ ਨੇ ਹੁਣ ਗ੍ਰੈਂਡ ਪਾਰਟੀ ਕੀਤੀ ਹੈ ਆਪਣੇ ਘਰ, ਮੈਂ ਵੀ ਜਾ ਕੇ ਆਈ ਸੀ ਉਹਨਾਂ ਦੇ ਘਰ। ਵਾਹ ਜੀ ਵਾਹ। ਹਾਂ, ਤੇ ਇਹ ਹੈ ਕਿ ਉਹ ਜਿਵੇਂ ਇਹ ਮਰੀਜ਼ ਬਹੁਤ ਨਾਰਾਜ਼ ਹੋ ਕੇ ਸਾਡੇ ਕੋਲ ਆਈ ਸੀ, ਐਦਾਂ ਇੱਕ ਮਰੀਜ਼ ਮੈਂ ਹੋਰ ਡਿਸਕਸ ਕਰਨਾ ਚਾਹੂੰਗੀ, ਗੁਰਦਾਸਪੁਰ ਦੀ ਫੈਮਿਲੀ ਆ ਉਹ। ਅੱਛਾ ਜੀ। ਉਹਦੀ ਬੱਚੇਦਾਨੀ ਦੇ ਅੰਦਰ ਰਸੌਲੀਆਂ ਸੀ ਬਹੁਤ ਸਾਰੀਆਂ। ਠੀਕ ਹੈ ਉਹ ਜੀ। ਬਹੁਤ ਨਾ ਉਮੀਦ ਸੀ ਕਿ ਮੈਡਮ ਮੇਰੀ ਰਸੌਲੀਆਂ ਬਹੁਤ ਨੇ, ਮੇਰੇ ਤਾਂ ਬੱਚਾ ਕਦੇ ਹੋ ਹੀ ਨਹੀਂ ਸਕਦਾ। ਠੀਕ ਹੈ ਜੀ। ਉਹਦੇ ਲਈ ਫਿਰ ਅਸੀਂ ਕੀ ਕੀਤਾ ਕਿ ਬੱਚੇਦਾਨੀ ਦੇ ਅੰਦਰ ਇੱਕ ਆਪਰੇਸ਼ਨ ਕਹਿੰਦੇ ਆ ਜਿਹਨੂੰ ਅਸੀਂ ਕਹਿੰਦੇ ਆ ਅਡੀਨੋਮਾਇਓਮੈਕਟਮੀ, ਅਡੀਨੋਮਾਈਸਿਸ। ਬਹੁਤ ਘੱਟ ਐਕਸਪੀਰੀਅੰਸ ਲੋਕ ਹੈ ਜਿਹੜੇ ਉਹ ਆਪਰੇਸ਼ਨ ਕਰ ਪਾਉਂਦੇ ਨੇ। ਠੀਕ ਹੈ ਜੀ। ਸਾਡਾ ਇਹ ਹੈ ਕਿ ਸਾਡੇ ਇੱਥੇ ਸੈਂਟਰ ਤੇ ਮੇਰਾ ਤੇ ਮੇਰੇ ਹਸਬੰਡ ਡਾਕਟਰ ਰਮਨ ਸਿੰਗਲਾ ਤੇ ਅਸੀਂ ਇਹ ਮਿਲ ਕੇ ਦੋਨਾਂ ਨੇ ਸਰਜਰੀ ਕੀਤੀ, ਲੈਪਰੋਸਕੋਪੀ ਕੀਤੀ, ਠੀਕ ਹੈ ਜੀ। ਜਿਹਦੇ ਵਿੱਚ ਫਿਰ ਉਸ ਤੋਂ ਬਾਅਦ ਮੈਨੂੰ 2 ਮਹੀਨੇ ਤੋਂ ਬਾਅਦ ਉਹਨੂੰ ਦਵਾਈਆਂ ਖਿਲਾਈਆਂ, ਫਿਰ ਉਹਦਾ ਆਈਓਆਈ ਕੀਤਾ, ਦੇ ਉਸ ਤੋਂ ਬਾਅਦ ਉਹ ਕਨਸੀਵ ਕਰ ਗਈ। ਕਨਸੀਵ ਕਰਨ ਤੋਂ ਬਾਅਦ ਫਿਰ ਉਹਦੇ ਬੇਟਾ ਹੋਇਆ। ਹੁਣ ਉਹ ਤੁਸੀਂ ਇੱਕ ਗੱਲ ਹੋਰ ਦੇਖੋ ਕਿ ਬੇਟਾ ਤਾਂ ਹੋ ਗਿਆ, ਇਹ ਗੱਲ ਹੈਗੀ ਉਹਦੀ 4 ਸਾਲ ਪੁਰਾਣੀ। ਫਿਰ ਉਸ ਤੋਂ ਬਾਅਦ 3 ਸਾਲ ਬਾਅਦ ਫਿਰ ਆਏ ਮੇਰੇ ਕੋਲ ਕਿ ਮੈਡਮ ਦੁਬਾਰਾ ਤੋਂ ਹੁਣ ਅਸੀਂ ਸੈਕਿੰਡ ਬੱਚੇ ਲਈ ਚਾਂਸ ਲੈਣਾ ਹੈ। ਹਾਂ, ਫਿਰ ਉਹੀ ਦੁਬਾਰਾ ਤੋਂ ਉਹਦੇ ਰਸੌਲੀਆਂ ਸੇਮ ਸੀਗੀਆਂ, ਪਰ ਉਸ ਟਾਈਮ ਤੇ ਰਸੌਲੀਆਂ ਇੰਨੀਆਂ ਨਹੀਂ ਸੀਗੀਆਂ ਕਿ ਉਹਨੂੰ ਆਪਰੇਸ਼ਨ ਦੀ ਨੌਬਤ ਆ ਸਕੇ। ਫਿਰ ਮੈਨੂੰ ਕੁਝ ਦਵਾਈਆਂ ਤੇ ਪਾਇਆ ਔਰ ਦੇਖੋ 2 ਮਹੀਨੇ ਦੇ ਇਲਾਜ ਦੇ ਨਾਲ ਹੀ ਉਹ ਕਨਸੀਵ ਕਰ ਗਈ। ਹੁਣ ਅੱਜ ਦੇ ਟਾਈਮ 'ਚ ਉਹਦਾ 8ਵਾਂ ਮਹੀਨਾ ਚੱਲ ਰਿਹਾ, ਉਹਨਾਂ ਨੇ ਅਗਲੇ ਮਹੀਨੇ ਆਣਾ ਮੇਰੇ ਕੋਲ ਡਿਲੀਵਰੀ ਲਈ, ਇੱਥੇ ਆਣਾ ਮੇਰੇ ਕੋਲ। ਔਰ ਗੁਰਦਾਸਪੁਰ ਦੀ ਫੈਮਿਲੀ ਹੈ। ਹੁਣ ਉਹਦਾ ਇੱਕ ਹੋਰ ਉਹਦਾ ਆਪਣਾ ਛੋਟਾ ਬ੍ਰਦਰ ਹੈ ਜਿਹਦੇ ਵੀ ਬਹੁਤ ਵੱਡੀ ਰਸੌਲੀ ਸੀਗੀ, ਉਹ ਵੀ ਮੈਂ ਪਿਛਲੇ ਮਹੀਨੇ ਕੱਢੀ ਹੈ ਹੁਣ ਉਹਨਾਂ ਦੀ। ਉਹਨੇ ਵੀ ਹੁਣ ਬੱਚੇ ਪ੍ਰੈਗਨੈਂਸੀ ਲਈ ਪਲਾਨ ਕਰ ਰਹੇ ਨੇ। ਤੇ ਇਦਾਂ ਦੇ ਬਹੁਤ ਸਾਡੇ ਕੋਲ ਨਿੱਜੀ ਕਪਲਸ ਹੈਗੇ ਨੇ ਕਿ ਜਿਨ੍ਹਾਂ ਦੇ ਨਹੀਂ ਬੱਚਾ ਹੋਇਆ, ਨਾ ਉਮੀਦ ਲੈ ਕੇ ਗਏ ਆ, ਪਰ ਇੱਥੋਂ ਉਹ ਇੱਕ ਉਮੀਦ ਖੁਸ਼ੀ ਲੈ ਕੇ ਗਏ ਹੈਗੇ ਨੇ। ਸੋ ਡਾਕਟਰ ਸਾਹਿਬ ਤੁਸੀਂ ਬਹੁਤ ਕੀਮਤੀ ਸਮਾਂ ਕੱਢਿਆ ਜੀ ਸਾਡੇ ਲਈ। ਸੋ ਮੈਂ ਦਰਸ਼ਕਾਂ ਨੂੰ ਬੇਨਤੀ ਕਰਨਾ ਚਾਹਾਂਗਾ, ਤੁਸੀਂ ਜਾਂ ਤੁਹਾਡੇ ਪਰਿਵਾਰ ਦੇ ਵਿੱਚੋਂ ਜੇਕਰ ਕੋਈ ਬਾਂਝਪਨ ਦਾ ਸ਼ਿਕਾਰ ਹੈ, ਬਾਂਝਪਨ ਦਾ ਸਾਹਮਣਾ ਕਰ ਰਿਹਾ ਹੈ, ਤਾਂ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਤੁਸੀਂ ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ ਅਤੇ ਡਾਕਟਰ ਸਾਹਿਬ ਕੋਲ ਆਪਣਾ ਇਲਾਜ ਕਰਵਾ ਸਕਦੇ ਹੋ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਮਨਿੰਦਰ, ਥੈਂਕਸ ਅ ਲਾਟ।